ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਅੱਜ ਦੀ ਇਸ ਵਿਚਾਰ ਨੂੰ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਰਹਿਮਤ ਸਦਕਾ ਜੋ ਅਰਦਾਸ ਉੱਪਰ ਵਿਚਾਰਾਂ ਦੀ ਲੜੀ ਚੱਲ ਰਹੀ ਸਾਧ ਸੰਗਤ ਜੀਓ, ਪਿਛਲੇ ਹਫਤੇ ਉਸ ਵਿੱਚ ਅਰਦਾਸ ਤੇ ਅਗਲੇ ਬੰਦ ਜਿਸ ਦੇ ਵਿੱਚ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ ਦੀ ਜਿਹੜੀ ਸੀ ਉਹ ਵਿਚਾਰ ਕੀਤੀ ਗਈ ਸੀ। ਤੇ ਇਸੇ ਬੰਦ ਦਾ ਜਿਹੜਾ ਅਗਲਾ ਹਿੱਸਾ ਹੈਗਾ, ਕਿਉਂਕਿ ਉਹ ਬੰਦ ਸੰਪੂਰਨ ਨਹੀਂ ਸੀ ਹੋਇਆ, ਉਸ ਦੇ ਵਿੱਚ ਜਿਹੜੀ ਅਗਲੀ ਜਾਚਨਾ ਕੀਤੀ ਜਾਂਦੀ ਆ ਸਮੂਹ ਖਾਲਸਾ ਪੰਥ ਵੱਲੋਂ, ਸਮੂਹ ਸੰਗਤ ਵੱਲੋਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਹੁਣ ਜਿਸ ਪਾਵਨ ਧਰਤੀ ਦੀ ਜਾਂ ਜਿਸ ਅੰਮ੍ਰਿਤ ਸਰੋਵਰ ਦੀ ਇੱਥੇ ਜਾਚਨਾ ਕੀਤੀ ਜਾਂਦੀ ਆ ਕਿ ਉਸ ਦੇ ਇਸ਼ਨਾਨ ਦੀ ਜਿਹੜੀ ਆ ਆਪਣੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ, ਉਹ ਨਗਰੀ ਜਿਹੜੀ ਸੀ ਉਹ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਪਾਵਨ ਧਰਤੀ ਹੈਗੀ ਆ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਹਜੇ ਗੋਇੰਦਵਾਲ ਸਾਹਿਬ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਸਿੱਖੀ ਦੀ ਮਹਿਕ ਜਿਹੜੀ ਆ ਵੰਡ ਰਹੇ ਨੇ, ਤੇ ਉਸ ਸਮੇਂ ਦੇ ਉੱਤੇ ਉਹਨਾਂ ਨੇ ਭਾਈ ਜੇਠਾ ਜੀ ਨੂੰ ਇਹ ਨਿਰਦੇਸ਼ ਕੀਤਾ ਸੀ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਪਾਵਨ ਨਗਰ ਆ ਉਹ ਵਸਾਇਆ ਜਾਏ। ਤੇ ਇਸ ਨਗਰ ਦਾ ਜਿਹੜਾ ਪਹਿਲਾ ਨਾਮ ਸੀ ਰਾਮਦਾਸਪੁਰ, ਵੀ ਇਤਿਹਾਸ ਦੇ ਵਿੱਚ ਆਉਂਦਾ ਆ, ਗੁਰੂ ਕਾ ਚੱਕ ਵੀ ਇਸ ਨੂੰ ਕਿਹਾ ਜਾਂਦਾ ਸੀ। ਤੇ ਇਸ ਤੋਂ ਬਾਅਦ ਫਿਰ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਗੁਰਿਆਈ ਦੇ ਉੱਤੇ ਸੁਭਾਇਮਾਨ ਹੁੰਦੇ ਨੇ, ਗੁਰਿਆਈ ਦੀ ਉਹਨਾਂ ਨੂੰ ਬਖਸ਼ਿਸ਼ ਹੁੰਦੀ ਆ, ਤੇ ਗੁਰੂ ਪਾਤਸ਼ਾਹ ਫਿਰ ਇੱਥੇ ਆ ਕੇ ਆਪਣਾ ਜਿਹੜਾ ਆ ਉਹ ਸਿੱਖੀ ਦਾ ਜਿਹੜਾ ਕੇਂਦਰ ਆ ਉਹ ਸਥਾਪਿਤ ਕਰਦੇ ਨੇ। ਤੇ ਇੱਥੇ ਜਿਹੜਾ ਸਭ ਤੋਂ ਪਹਿਲਾ ਸਰੋਵਰ ਦੀ ਖੁਦਵਾਈ ਕਰਾਈ ਜਾਂਦੀ ਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ, ਉਹ ਸੀ ਸੰਤੋਖਸਰ ਸਾਹਿਬ। ਤੇ ਸੰਤੋਖਸਰ ਸਾਹਿਬ ਤੋਂ ਬਾਅਦ ਜਿਹੜਾ ਸੀ ਅਗਲਾ ਉਹ ਅੰਮ੍ਰਿਤ ਸਰੋਵਰ ਜਿਹੜਾ ਹੈਗਾ ਆ, ਉਸ ਦੀ ਜਿਹੜੀ ਆ ਉਹ ਖੁਦਵਾਈ ਸ਼ੁਰੂ ਹੁੰਦੀ ਆ। ਆਲਰੇਡੀ ਉੱਥੇ ਇੱਕ ਪਾਣੀ ਦੀ ਜਿਹੜੀ ਆ ਝੀਲ ਬਣੀ ਹੋਈ ਆ, ਤਲਾਬ ਬਣਿਆ ਹੈਗਾ ਆ, ਤੇ ਉੱਥੇ ਜਿਹੜਾ ਇਹ ਨਿਰਮਾਣ ਕਾਰਜ ਸ਼ੁਰੂ ਹੁੰਦਾ ਆ। ਤੇ ਜਦੋਂ ਇਹ ਨਗਰੀ ਵਸ ਜਾਂਦੀ ਆ ਤੇ ਇਸ ਨਗਰੀ ਦੀ ਉਸਤਤ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਇੱਕ ਪਾਵਨ ਬਚਨ ਉਚਾਰਨ ਕੀਤਾ ਜੀ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਕਿ ਇਹ ਨਗਰੀ ਜਿਹੜੀ ਹੈਗੀ ਆ ਇਹ ਬੜੀ ਸੁੰਦਰ ਨਗਰੀ ਆ, ਤੇ ਇਸ ਦਾ ਜਿਹੜਾ ਦ੍ਰਿਸ਼ ਆ ਬੜਾ ਮਨ ਨੂੰ ਮੋਹਣ ਵਾਲਾ ਆ। ਤੇ ਇਸ ਪਾਵਨ ਅਸਥਾਨ ਦੇ ਉੱਤੇ, ਇਸ ਨਗਰੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਬੁਲਾਇਆ ਕਿ ਉਹ ਗੁਰੂ ਪਾਤਸ਼ਾਹ ਜਿੱਥੇ ਇਸ ਨੂੰ ਇੱਕ ਧਾਰਮਿਕ ਕੇਂਦਰ ਦੇ ਤੌਰ ਤੇ ਸਥਾਪਿਤ ਕਰਨਾ ਚਾਹੁੰਦੇ ਨੇ, ਉੱਥੇ ਨਾਲ ਦੀ ਨਾਲ ਹੀ ਇਸ ਨੂੰ ਇੱਕ ਇਸ ਤਰ੍ਹਾਂ ਦਾ ਨਗਰ, ਇਸ ਤਰ੍ਹਾਂ ਦਾ ਸ਼ਹਿਰ ਵਸਾਉਣਾ ਚਾਹੁੰਦੇ ਨੇ ਕਿ ਜਿਸ ਦੇ ਵਿੱਚ ਆ ਕੇ ਹਰ ਤਰ੍ਹਾਂ ਦਾ ਜਿਹੜਾ ਖਿੱਤਾ ਕਾਰਜ ਹੈਗਾ ਉਹ ਵਸ ਸਕੇ, ਉਹ ਇੱਕ ਆਪਣੀ ਧਰਮ ਦੀ ਤੇ ਜਿਹੜੀ ਸੰਸਾਰ ਦੀ ਕਮਾਈ ਆ ਉਹ ਕਰ ਸਕੇ। ਇਸ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਗੁਰਿਆਈ ਕਾਲ ਆਉਂਦਾ ਜੀ, ਜਿਸ ਦੇ ਵਿੱਚ ਗੁਰੂ ਪਾਤਸ਼ਾਹ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਆ ਉਹ ਸਥਾਪਨਾ ਕੀਤੀ। ਅੱਜ ਅਸੀਂ ਗੁਰੂ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਪੁਰਬ ਆ ਉਹ ਵੀ ਮਨਾ ਰਹੇ ਹਾਂ ਸਾਧ ਸੰਗਤ। ਤੇ ਜਦੋਂ ਗੁਰੂ ਪਾਤਸ਼ਾਹ ਦੇ ਜੀਵਨ ਵੱਲ ਅਸੀਂ ਦੇਖਦੇ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਮਾਂ ਇੱਕ ਬੜਾ ਸੁਨਹਿਰੀ ਯੁੱਗ ਆ, ਜਦੋਂ ਅਕਬਰ ਬਾਦਸ਼ਾਹ ਜਿੰਨਾ ਚਿਰ ਮੁਗਲ ਹਕੂਮਤ ਦੀ ਵਾਗਡੋਰ ਸੰਭਾਲਦਾ ਹੈਗਾ। ਜੇ ਅਸੀਂ ਉਹਨਾਂ ਕਾਰਜਾਂ ਵੱਲ ਵੇਖੀਏ, ਗੁਰੂ ਪਾਤਸ਼ਾਹ ਨੇ ਜਿਹੜੇ ਸਮੇਂ ਕੀਤੇ, ਹਰਿਮੰਦਰ ਸਾਹਿਬ ਦੀ ਸਥਾਪਨਾ ਕਰਨੀ, ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆ ਪਹਿਲੀ ਪਾਵਨ ਸਰੂਪ ਦੀ ਤਿਆਰੀ ਕਰਵਾਈ, ਬਹੁਤ ਸਾਰੇ ਜਿਹੜੇ ਸ਼ਹਿਰ ਸੀ, ਤਰਨ ਤਾਰਨ ਸਾਹਿਬ, ਛਿਆਟਾ ਸਾਹਿਬ, ਸ਼੍ਰੀ ਹਰਗੋਬਿੰਦਪੁਰ ਸਾਹਿਬ, ਇਹ ਗੁਰੂ ਪਾਤਸ਼ਾਹ ਨੇ ਇਹਨਾਂ ਸਮੇਂ ਦੇ ਵਿੱਚ ਸਿੱਖੀ ਦੇ ਵੱਖ-ਵੱਖ ਕੇਂਦਰ ਜਿਹੜੇ ਸੀ ਉਹ ਸਥਾਪਿਤ ਕੀਤੇ। ਤੇ ਇਸ ਸਮੇਂ ਦੌਰਾਨ ਹੀ ਗੁਰੂ ਪਾਤਸ਼ਾਹ ਨੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਆ, ਤੇ ਉਹਨਾਂ ਨੇ ਇੱਕ ਮੁਸਲਿਮ ਸੂਫੀ ਸੰਤ ਨੂੰ ਬੁਲਾਇਆ ਸੀ, ਜਿਹੜੇ ਗੁਰੂ ਪਾਤਸ਼ਾਹ ਦੇ ਮਿੱਤਰ ਵੀ ਸਨ, ਸਾਈਂ ਹਜ਼ਰਤ ਮੀਆਂ ਮੀਰ। ਤੇ ਇਸ ਪਾਵਨ ਅਸਥਾਨ ਦਾ ਜਿਹੜਾ ਡਿਜ਼ਾਈਨ ਹੈਗਾ, ਜਿਸ ਤੇ 4 ਦੀਵਾਰ ਰੱਖੇ ਗਏ ਗੁਰੂ ਪਾਤਸ਼ਾਹ ਦੁਆਰਾ, ਉਹ ਸਿੱਖ ਵਿਚਾਰਧਾਰਾ ਦਾ ਪ੍ਰਤੀਨਿਧ ਕਰਦਾ ਸੀ ਕਿ ਜਿਵੇਂ ਸਿੱਖੀ ਦੇ ਵਿੱਚ ਕਿਸੇ ਵੀ ਜਾਤ, ਨਸਲ
ਜਾਂ ਵਿਤਕਰੇ ਦੇ ਇਸ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਜਿਹੜੇ ਚਾਰ ਦੀਵਾਰ ਨੇ ਇਹ ਸਾਰਿਆਂ ਲਈ ਖੁੱਲੇ ਨੇ। ਕਿਸੇ ਵੀ ਜਾਤ, ਮਜ਼ਹਬ, ਕੌਮ ਦਾ ਜਾਂ ਕਿਸੇ ਵੀ ਦਿਸ਼ਾ ਤੋਂ ਜਿਹੜੇ ਲੋਕ ਨੇ ਇਸ ਪਾਵਨ ਅਸਥਾਨ ਤੇ ਆ ਸਕਦੇ। ਹੁਣ ਇਹਨਾਂ ਸਾਰੇ ਜਦੋਂ ਅਸੀਂ ਚੀਜ਼ਾਂ ਨੂੰ ਦੇਖਦੇ ਹੈਗੇ ਆ ਤੇ ਇਸ ਪਾਵਨ ਅਸਥਾਨ ਦੇ ਇਤਿਹਾਸ ਨੂੰ ਜਦੋਂ ਪੜ੍ਹਦੇ ਹੈਗੇ ਆ, ਜਦੋਂ ਗੁਰੂ ਪਾਤਸ਼ਾਹ ਹਰਗੋਬਿੰਦ ਸਾਹਿਬ ਨੇ ਇਹ ਜਿਹੜਾ ਸਥਾਨ ਸੀ ਜਦੋਂ ਛੱਡ ਦਿੱਤਾ, ਉਸ ਤੋਂ ਬਾਅਦ ਇਸ ਅਸਥਾਨ ਦਾ ਜਿਹੜਾ ਪ੍ਰਬੰਧ ਆ ਉਹ ਮਸੰਦਾਂ ਦੇ ਹੱਥ 'ਚ, ਮੀਣਿਆਂ ਦੇ ਹੱਥ 'ਚ ਆ ਜਾਂਦਾ ਤੇ ਉਹ ਇਸ ਸਥਾਨ ਦੇ ਉੱਤੇ ਇੱਕ ਪੂਰਾ ਕਬਜ਼ਾ ਵੀ ਕਰ ਲੈਂਦੇ ਨੇ। ਜੇ ਤੁਹਾਨੂੰ ਇਤਿਹਾਸ ਦਾ ਉਹ ਵਾਕਿਆ ਯਾਦ ਹੋਏਗਾ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਂਦੇ ਨੇ ਤੇ ਉਹਨਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਜਾਂਦੇ। ਉਸ ਤੋਂ ਬਾਅਦ ਫਿਰ ਭਾਈ ਮਣੀ ਸਿੰਘ ਆ ਕੇ ਇਸ ਦਾ ਪ੍ਰਬੰਧ ਸੰਭਾਲਦੇ ਨੇ ਤੇ 18ਵੀਂ ਸਦੀ ਦਾ ਉਹ ਸਮਾਂ ਆ ਜਾਂਦਾ ਸਾਧ ਸੰਗਤ ਜੀ, ਜਦੋਂ ਜਿੱਥੇ ਇੱਕ ਪਾਸੇ ਮੁਗਲ ਸਿੱਖਾਂ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਨਾਲ ਦੀ ਨਾਲ ਹੀ ਉਹਨਾਂ ਦਾ ਜਿਹੜਾ ਧਿਆਨ ਆ ਉਹ ਸ਼੍ਰੀ ਹਰਿਮੰਦਰ ਸਾਹਿਬ ਨੂੰ ਵੀ ਨੇਸ ਤੋਂ ਨਾਬੂਦ ਕਰਨਾ ਸੀ, ਇਸ ਪਾਵਨ ਅਸਥਾਨ ਨੂੰ ਵੀ ਖਤਮ ਕਰਨਾ ਸੀ। ਭਾਈ ਮਣੀ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਸ ਅਸਥਾਨ ਦਾ ਜਿਹੜਾ ਪ੍ਰਬੰਧ ਆ, ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਪਿੰਡ ਆ ਜੀ ਮੰਡਿਆਲਾ, ਉੱਥੋਂ ਦਾ ਇੱਕ ਮੁਸਲਿਮ ਹਾਕਮ ਸੀ ਮੱਸਾ ਰੰਗੜ, ਉਹਦੇ ਹੱਥ ਵਿੱਚ ਦੇ ਦਿੱਤਾ ਜਾਂਦਾ ਤੇ ਉਹ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਦੁਰਗਤੀ ਕਰਦਾ, ਉਹ ਇਸ ਪਾਵਨ ਅਸਥਾਨ ਨੂੰ ਇੱਕ ਨਿੱਜੀ ਰਿਹਾਇਸ਼ ਬਣਾ ਲੈਂਦਾ, ਜਿਸ ਦੇ ਵਿੱਚ ਨਾਚ ਗਾਣਿਆਂ ਦਾ ਜਿਹੜਾ ਸੀ ਉਹ ਵੀ ਪ੍ਰਬੰਧ ਕੀਤਾ ਜਾਂਦਾ ਸੀ। ਤੇ ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਉਸ ਦਾ ਜਿਹੜਾ ਸੀ ਸਿਰ ਕਲਮ ਕੀਤਾ ਸੀ। ਤੇ ਇਹ ਜਿਹੜੀ 18ਵੀਂ ਸਦੀ ਹੈਗੀ ਆ, ਇਸ ਦੇ ਵਿੱਚ ਮੁਗਲ ਜਿਹੜੇ ਨੇ ਇੱਕ ਪਾਸੇ ਤੇ ਸਿੱਖਾਂ ਨੂੰ ਖਤਮ ਕਰ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦਾ ਜਿਹੜਾ ਮੇਨ ਨਿਸ਼ਾਨਾ ਹੁੰਦਾ ਸ਼੍ਰੀ ਹਰਿਮੰਦਰ ਸਾਹਿਬ ਵੀ ਹੁੰਦਾ ਹੈ। ਪੂਰੇ ਇਤਿਹਾਸ ਦੇ ਵਿੱਚ ਪੜ੍ਹ ਕੇ ਦੇਖੀਏ ਕਿ ਜਦੋਂ ਉਹ ਸਿੱਖਾਂ ਨੂੰ ਮਾਰਦੇ ਨੇ ਤੇ ਨਾਲ ਦੀ ਨਾਲ ਹੀ ਉਹ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਵੀ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਨੇ। ਸਰੋਵਰ ਦੀ ਬੇਅਦਬੀ ਕੀਤੀ ਜਾਂਦੀ ਉਸ ਸਮੇਂ, ਇਸ ਨੂੰ ਬੜੀ ਵਾਰੀ ਉਹ ਜਿਹੜਾ ਆ ਉਹ ਕੂੜੇ ਕਰਕਟ ਦੇ ਨਾਲ ਭਰਦੇ ਵੀ ਹੈਗੇ ਨੇ। ਹੁਣ ਇਸੇ ਜਿਹੜੀ ਸਿੱਖ ਦੀ ਆਸਥਾ ਹੈ ਇਸ ਪਾਵਨ ਅਸਥਾਨ ਦੇ ਪਿੱਛੇ ਕਿ ਇਸ ਦੇ ਜਿਹੜੇ ਇਸ਼ਨਾਨ ਨੇ ਉਸ ਦੀ ਰੂਹ ਦੇ ਅੰਦਰ ਵਸੇ ਹੋਏ ਨੇ ਤੇ ਸਿੱਖ ਆਪਣੀਆਂ ਜਾਨਾਂ ਨੂੰ ਖਤਰੇ ਦੇ ਵਿੱਚ ਪਾ ਕੇ ਵੀ ਇਸ ਪਾਵਨ ਸ਼ਹਿਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸਰੋਵਰਾਂ ਦੇ ਇਸ਼ਨਾਨ ਕਰਨ ਜਾਂਦੇ ਨੇ। ਫਿਰ ਮੁਗਲਾਂ ਤੋਂ ਬਾਅਦ ਜਦੋਂ ਅਫਗਾਨ ਹਾਕਮ ਅਹਿਮਦ ਸ਼ਾਹ ਅਬਦਾਲੀ ਉਹ ਹਿੰਦੁਸਤਾਨ ਦੇ ਉੱਤੇ ਆਪਣਾ ਜਿਹੜਾ ਆ ਕਬਜ਼ਾ ਕਰਨਾ ਚਾਹੁੰਦਾ, ਉਸਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਪਾਵਨ ਇਮਾਰਤ ਆ ਉਸ ਨੂੰ ਤੋਪਾਂ ਦੇ ਨਾਲ ਵੀ ਉਡਾਇਆ। ਫਿਰ ਦੁਬਾਰਾ ਜਦੋਂ ਸਿੱਖ ਸਰਦਾਰ ਸਿੱਖ ਮਿਸਲਾਂ ਦੇ ਰੂਪ ਦੇ ਵਿੱਚ ਇੱਥੇ ਆਪਣਾ ਪੰਜਾਬ ਦੀ ਧਰਤੀ ਤੇ ਰਾਜ ਸਥਾਪਿਤ ਕਰਦੇ ਨੇ, ਉਸ ਸਮੇਂ ਉੱਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ, ਜਿਹੜੇ ਆਹਲੂਵਾਲੀਆ ਮਿਸਲ ਦੇ ਮੁਖੀ ਸੀ, ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਹੁਣ ਇਹ ਸਾਰੇ ਇਤਿਹਾਸ ਦੇ ਵਿੱਚੋਂ ਸਾਨੂੰ ਮਿਲਦਾ ਕੀ ਹੈਗਾ ਕਿ ਉਹ ਪਾਵਨ ਅਸਥਾਨ ਜਿਸ ਦੀ ਜਾਚਨਾ ਅਰਦਾਸ ਦੇ ਵਿੱਚ ਕੀਤੀ ਜਾਂਦੀ ਆ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਹੁਣ ਇਹ ਇਸ਼ਨਾਨ ਜਿਹੜਾ ਹੈਗਾ, ਸਿੱਖ ਨੇ ਇਕੱਲਾ ਇਹ ਨਹੀਂ ਕਿ ਸ਼੍ਰੀ ਅੰਮ੍ਰਿਤਸਰ ਦੇ ਜੇ ਇਸ਼ਨਾਨ ਦੀ ਜਾਚਨਾ ਕਰਦਾ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਤੇ ਵਾਪਸ ਆ ਜਾਂਦਾ, ਕਿਉਂਕਿ ਗੁਰਬਾਣੀ ਦੇ ਵਿੱਚ ਤਨ ਦਾ ਵੀ ਖਿਆਲ ਰੱਖਣਾ ਤੇ ਮਨ ਦਾ ਵੀ ਖਿਆਲ ਰੱਖਣਾ, ਇੱਥੇ ਦੇਹੀ ਦੇ ਇਸ਼ਨਾਨ ਦੀ ਵੀ ਗੱਲ ਆ ਤੇ ਆਤਮਾ ਦੇ ਇਸ਼ਨਾਨ ਦੀ ਵੀ ਗੱਲ ਆ। ਗੁਰਬਾਣੀ 'ਚ ਅਸੀਂ ਰੋਜ਼ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਸੁਣਿਆ 68 ਕਾ ਇਸ਼ਨਾਨ, ਕਿ ਜਦੋਂ ਗੁਰੂ ਦਾ ਬਚਨ ਸਿੱਖ ਮਨ ਕਰਕੇ ਸੁਣਦਾ ਆ ਤੇ ਜਿਵੇਂ ਭਾਰਤੀ ਪਰੰਪਰਾ ਦੇ ਵਿੱਚ 68 ਤੀਰਥਾਂ ਦੇ ਜਿਹੜੇ ਇਸ਼ਨਾਨ ਸੀ ਉਹਨਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਗੁਰੂ ਪਾਤਸ਼ਾਹ ਨੇ ਇਹ ਗੱਲ ਨੂੰ ਸਮਝਾ ਦਿੱਤਾ ਕਿ ਜਿਹੜਾ ਸਿੱਖ ਆ ਉਹ ਜਦੋਂ ਗੁਰੂ ਦੀ ਬਾਣੀ ਦੇ ਵਿੱਚ ਆਪਣੀ ਸੁਰਤ ਜੋੜਦਾ ਆ ਤੇ ਉਸ ਨੂੰ 68 ਤੀਰਥਾਂ ਦਾ ਜਿਹੜਾ ਪੁੰਨ ਪ੍ਰਤਾਪ ਲੋਕ ਸਮਝਦੇ ਸਨ ਉਸ ਦੇ ਵਿੱਚ ਹੀ ਮਿਲ ਜਾਂਦਾ ਹੈ, ਕਿ ਉਸ ਨੂੰ ਕਿਸੇ ਬਾਹਰੀ ਤੀਰਥ ਉੱਤੇ ਜਾਣ ਦੀ, ਇਸ਼ਨਾਨ ਕਰਨ ਦੀ ਲੋੜ ਨਹੀਂ ਹੈਗੀ। ਤੇ ਮੌਜੂਦਾ ਸਮੇਂ ਦੇ ਵਿੱਚ ਇਸ ਗੱਲ ਦੇ ਉੱਤੇ ਬੜਾ ਜ਼ਿਕਰ ਕੀਤਾ ਜਾਂਦਾ ਆ ਕਿ ਸਿੱਖੀ ਦੇ ਵਿੱਚ ਇਹ ਸਾਰੇ ਤੀਰਥਾਂ ਦੇ ਜਿਹੜੇ ਹੈਗੇ ਨੇ ਇੱਥੇ ਇਸ਼ਨਾਨ ਕਰਨ ਦੀ ਕੋਈ ਮਹਾਨਤਾ ਨਹੀਂ ਹੈਗੀ, ਕਿਉਂਕਿ ਗੁਰੂ ਪਾਤਸ਼ਾਹ ਨੇ ਉਸ ਸਮੇਂ ਇਹ ਤਾਂ ਕਰਕੇ ਬਣਾਏ ਸੀ ਸਰੋਵਰ ਕਿ ਜਿਹੜੀ ਸੰਗਤ ਆ ਉਹ ਦੂਰੋਂ ਦੂਰੋਂ ਆਉਂਦੀ ਆ ਤੇ ਇਸ ਲਈ ਜਦੋਂ ਆਉਂਦੇ ਨੇ ਤੇ ਉਹਨਾਂ ਨੂੰ ਸਰੀਰ ਦਾ ਜਿਹੜਾ ਇਸ਼ਨਾਨ ਕਰਨਾ ਹੁੰਦਾ, ਇਸ ਕਰਕੇ ਇਹਨਾਂ ਸਰੋਵਰਾਂ ਦਾ ਨਿਰਮਾਣ ਕੀਤਾ ਗਿਆ। ਪਰ ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਸਮੇਂ ਨੂੰ ਦੇਖਦੇ ਹਾਂ ਸਾਧ ਸੰਗਤ, ਸਾਨੂੰ ਇਹ ਪੂਰੀ ਤਰ੍ਹਾਂ ਸਪਸ਼ਟ ਆ ਕਿ ਗੁਰੂ ਪਾਤਸ਼ਾਹ ਨੇ ਜਿਹੜੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ,
ਉਹਨਾਂ ਦੇ ਪਿੱਛੇ ਉਹਨਾਂ ਦੀ ਭਾਵਨਾ ਕੀ ਸੀ, ਜਿਵੇਂ ਧਰਮਸਾਲ ਆ, ਲੰਗਰ ਆ, ਪੰਗਤ ਆ, ਕਿ ਉਹ ਲੋਕ ਜਿਹੜੇ ਜਾਤ ਪਾਤ ਦੀਆਂ ਵੰਡੀਆਂ ਵਿੱਚ ਵੰਡੇ ਹੋਏ ਨੇ ਉਹ ਇੱਕ ਥਾਂ ਤੇ ਬੈਠ ਕੇ ਪ੍ਰਸ਼ਾਦਾ ਛਕ ਸਕਣ। ਜਿਹੜੇ ਹਿੰਦੁਸਤਾਨ ਦੇ ਇਤਿਹਾਸ ਨੂੰ ਜਾਣਦੇ ਨੇ ਉਹਨਾਂ ਨੂੰ ਇਸ ਤੱਥ ਦਾ ਵੀ ਪੂਰਾ ਅਹਿਸਾਸ ਹੋਏਗਾ ਕਿ ਉਸ ਸਮੇਂ ਦੇ ਵਿੱਚ ਨੀਵੀਂ ਜਾਤ ਵਾਲਿਆਂ ਦੇ ਖੂਹ ਤਲਾਅ ਜਿਹੜੇ ਸੀ ਉਹ ਵੱਖਰੇ ਬਣੇ ਹੁੰਦੇ ਸੀ। ਇੱਕ ਨੀਵੀਂ ਜਾਤ ਵਾਲਾ ਕਿਸੇ ਉੱਚੀ ਜਾਤ ਵਾਲੇ ਦੇ ਖੂਹ ਤੋਂ ਜਾ ਕੇ ਪਾਣੀ ਨਹੀਂ ਸੀ ਭਰ ਸਕਦਾ, ਉਹਨਾਂ ਦੇ ਤਲਾਅ ਦੇ ਲਾਗੇ ਨਹੀਂ ਸੀ ਜਾ ਸਕਦਾ। ਇਹ ਹਿਸਟਰੀ ਦੇ ਵਿੱਚ ਲਿਖਿਆ ਕਿ ਇੱਕ ਜਾਨਵਰ, ਇੱਕ ਕੁੱਤਾ ਤੇ ਉੱਚੀ ਜਾਤ ਵਾਲਿਆਂ ਦੇ ਤਲਾਅ ਦੇ ਵਿੱਚੋਂ ਪਾਣੀ ਪੀ ਸਕਦਾ, ਪਰ ਜੇ ਕਿਤੇ ਸ਼ੂਦਰ ਉਹਦੇ ਲਾਗੋਂ ਲੰਘ ਜਾਂਦਾ ਸੀ ਤੇ ਉਸ ਨੂੰ ਬੜੀ ਭਾਰੀ ਜਿਹੜੀ ਸੀ ਉਹ ਸਜ਼ਾ ਦਿੱਤੀ ਜਾਂਦੀ ਸੀ। ਜਿਹੜਾ ਸੁੱਚ ਭਿੱਟਦਾ ਕਿ ਕਿਸੇ ਨੀਵੀਂ ਜਾਤ ਵਾਲੇ ਦੇ ਸਪਰਸ਼ ਕਰਨ ਦੇ ਨਾਲ ਇਹ ਥਾਂ ਜਿਹੜੇ ਨੇ ਉਹ ਪ੍ਰਦੂਸ਼ਿਤ ਹੋ ਜਾਂਦੇ ਨੇ, ਉਹ ਗੰਦੇ ਹੋ ਜਾਂਦੇ ਨੇ। ਇਸ ਚੀਜ਼ ਨੂੰ ਵੀ ਖਤਮ ਕਰਨ ਲਈ ਗੁਰੂ ਪਾਤਸ਼ਾਹ ਨੇ ਇਹਨਾਂ ਸਰੋਵਰਾਂ ਦਾ ਜਿਹੜਾ ਸੀ ਉਹ ਨਿਰਮਾਣ ਕੀਤਾ ਕਿ ਜਿੱਥੇ ਆ ਕੇ ਉੱਚੀਆਂ ਨੀਵੀਆਂ ਸਭ ਜਾਤਾਂ ਵਾਲੇ ਪਹਿਲਾਂ ਇਸ਼ਨਾਨ ਕਰ ਸਕਣ। ਉਹਨਾਂ ਦੇ ਮਨ ਦੇ ਵਿੱਚੋਂ ਜਿਹੜਾ ਸੁੱਚ ਭਿੱਟ ਦਾ ਵਹਿਮ ਪਿਆ ਆ, ਜਿਹੜਾ ਕੋੜ ਲੱਗਾ ਹੋਇਆ, ਉਹ ਦੂਰ ਹੋ ਸਕੇ। ਤੇ ਫਿਰ 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਇਹਨਾਂ ਸਰੋਵਰਾਂ ਦੇ ਇਸ਼ਨਾਨ ਕੀਤੇ ਹੈਗੇ ਆ, ਇਸ ਕਰਕੇ ਅਰਦਾਸ ਦੇ ਵਿੱਚ ਇਹਨਾਂ ਦੀ ਜਾਚਨਾ ਕੀਤੀ ਜਾਂਦੀ ਆ। ਤੇ ਕੋਈ ਵੀ ਸਿੱਖ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹਦੇ ਮਨ ਦੇ ਵਿੱਚ ਪੂਰੀ ਤਰ੍ਹਾਂ ਸਪਸ਼ਟ ਨਾ ਹੋਏ ਕਿ ਕੋਈ ਬਾਹਰੀ, ਕੇਵਲ ਬਾਹਰੀ ਇਸ਼ਨਾਨ ਜਿਹੜਾ ਆ ਉਸ ਨੂੰ ਮੁਕਤੀ ਦੀ ਪ੍ਰਾਪਤੀ ਕਰ ਸਕਦਾ। ਜਦੋਂ ਗੁਰਸਿੱਖ ਜਾਂ ਸਿੱਖ ਸੰਗਤਾਂ ਹਰਿਮੰਦਰ ਸਾਹਿਬ ਜਾਂਦੀਆਂ ਨੇ, ਜਿਹੜੇ ਪਹਿਲਾਂ ਇਸ਼ਨਾਨ ਕਰਦੇ ਨੇ ਤਨ ਦਾ ਤੇ ਫਿਰ ਮਨ ਦਾ ਤੇ ਰੂਹ ਦਾ ਇਸ਼ਨਾਨ ਕਰਨ ਦੇ ਲਈ ਸ਼੍ਰੀ ਹਰਿਮੰਦਰ ਸਾਹਿਬ ਬਾਣੀ ਦੇ ਨਾਲ ਆਪਣੀ ਸੁਰਤ ਵੀ ਜੋੜਦੇ ਨੇ, ਉੱਥੇ ਵੀ ਨਤਮਸਤਕ ਹੁੰਦੇ ਨੇ। ਤੇ ਇਸ ਤੋਂ ਅੱਗੇ ਗੱਲ ਕੀਤੀ ਜਾਂਦੀ ਹੈ ਜੀ ਚੌਂਕੀਆਂ ਦੀ। ਚੌਂਕੀ ਸ਼ਬਦ ਦਾ ਜਿਹੜਾ ਸ਼ਾਬਦਿਕ ਅਰਥ ਹੁੰਦਾ ਉਹ ਹੁੰਦਾ ਸਾਵਧਾਨ ਪਹਿਰਾ, ਕਿ ਚਾਰ ਇਨਸਾਨਾਂ ਨੂੰ ਖੜੇ ਕਰਕੇ ਜਿੱਥੇ ਕਿਸੇ ਚੀਜ਼ ਦੀ ਰੱਖਿਆ ਕੀਤੀ ਜਾਂਦੀ ਆ। ਸਿੰਗਾਪੁਰ ਦੇ ਵਿੱਚ ਵੀ ਸਾਨੂੰ ਪਤਾ ਕਿ ਸਾਡੇ ਬਜ਼ੁਰਗ ਜਦੋਂ ਆਉਂਦੇ ਨੇ ਤੇ ਉਹਨਾਂ ਨੇ ਜਾਗੇ ਦੀ ਜਿਹੜੀ ਨੌਕਰੀ ਸੀ ਉਹ ਬਹੁਤ ਕੀਤੀ ਸੀ। ਵੱਖ-ਵੱਖ ਸਥਾਨਾਂ ਦੀ ਜਿਹੜੀ ਸੁਰੱਖਿਆ ਹੁੰਦੀ ਸੀ, ਪਹਿਰਾ ਹੁੰਦਾ ਸੀ, ਸਾਡੇ ਬਜ਼ੁਰਗਾਂ ਦੇ ਹੱਥ ਵਿੱਚ ਹੁੰਦਾ ਸੀ। ਤੇ ਗੁਰਬਾਣੀ ਦੇ ਵਿੱਚ ਜਦੋਂ ਚੌਂਕੀ ਦੀ ਗੱਲ ਕੀਤੀ ਜਾਂਦੀ ਸਾਧ ਸੰਗਤ ਜੀ, ਕਿ ਜਿਵੇਂ ਕਿਸੇ ਬਾਹਰੀ ਇਮਾਰਤ ਨੂੰ ਜਾਂ ਇਨਸਾਨ ਨੂੰ ਜਦੋਂ ਸੁਰੱਖਿਆ ਦੀ ਲੋੜ ਹੁੰਦੀ ਆ, ਬਿਲਕੁਲ ਇਸੇ ਤਰ੍ਹਾਂ ਸਾਡੇ ਅੰਦਰ ਜਿਹੜੇ ਚੋਰ ਵਸੇ ਹੋਏ ਨੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ। ਕਿ ਜਿਹੜੇ ਸਾਡੇ ਅੰਦਰ ਚੋਰ ਬੈਠੇ ਹੋਏ ਨੇ, ਜਦੋਂ ਉਹਨਾਂ ਤੋਂ ਸਾਨੂੰ ਮੁਕਤੀ ਪ੍ਰਾਪਤ ਕਰਨੀ ਆ, ਜਾਂ ਉਹਨਾਂ ਦੇ ਹਮਲੇ ਤੋਂ ਜਦੋਂ ਅਸੀਂ ਬਚਣਾ ਹੈਗਾ, ਤੇ ਸਾਨੂੰ ਗੁਰੂ ਦੇ ਸ਼ਬਦ ਦੀ ਚੌਂਕੀ ਦਾ ਜਿਹੜਾ ਪਹਿਰਾ ਹੈਗਾ ਆ ਉਹ ਆਪਣੇ ਤੇ ਲਾਉਣਾ ਪਏਗਾ। ਕਹਿਣ ਤੋਂ ਭਾਵ ਕਿ ਜਦੋਂ ਇਹ ਵਿਕਾਰ ਵੱਖ-ਵੱਖ ਤਰੀਕਿਆਂ ਦੇ ਨਾਲ ਸਾਡੀ ਦੇਹੀ ਦੇ ਉੱਤੇ, ਸਾਡੇ ਮਨ ਦੇ ਵਿੱਚ ਵੀ ਆਪਣੇ ਵਿਕਾਰ ਪੈਦਾ ਕਰਦੇ ਨੇ, ਸਾਨੂੰ ਆਪਣੇ ਪ੍ਰਭਾਵ ਹੇਠ ਲੈਣ ਦੀ ਕੋਸ਼ਿਸ਼ ਕਰਦੇ ਨੇ, ਤੇ ਉਦੋਂ ਗੁਰੂ ਦਾ ਸ਼ਬਦ ਜਿਹੜਾ ਆ ਉੱਥੇ ਚੌਂਕੀ ਦਾ ਕੰਮ ਕਰਦਾ ਹੈਗਾ। ਤੇ ਜਦੋਂ ਗੁਰੂ ਘਰ ਦੇ ਕੀਰਤਨੀਏ ਗੁਰੂ ਘਰ ਵਿੱਚ ਕੀਰਤਨ ਵੀ ਕਰਦੇ ਨੇ, ਤੇ ਵੱਖ-ਵੱਖ ਸਮਿਆਂ ਦੇ ਵਿੱਚ ਜਿਹੜੀ ਕੀਰਤਨ ਪਰੰਪਰਾ ਸਿੱਖਾਂ ਦੇ ਵਿੱਚ ਸ਼ੁਰੂ ਹੋਈ, ਉਸ ਨੂੰ ਚੌਂਕੀ ਸ਼ਬਦ ਵੀ ਕਿਹਾ ਜਾਂਦਾ ਹੈ। ਜਿਵੇਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਸ਼ਬਦ ਹੁੰਦਾ, ਗਾਇਨ ਕੀਤਾ ਜਾਂਦਾ ਆ, ਤੇ ਉਸ ਨੂੰ ਅੰਮ੍ਰਿਤ ਵੇਲੇ ਦੀ ਚੌਂਕੀ, ਆਸਾ ਕੀ ਵਾਰ ਦੀ ਚੌਂਕੀ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਫਿਰ ਬਿਲਾਵਲ ਕੀ ਚੌਂਕੀ ਦਾ ਜਿਹੜਾ ਹਰਿਮੰਦਰ ਸਾਹਿਬ ਦੀ ਇਹ ਮਰਿਆਦਾ ਜੀ ਸਾਰੀ, ਇਹ ਪੰਜੇ ਚੌਂਕੀਆਂ ਦਾ ਜਿਹੜਾ ਉੱਥੇ ਆ ਕੀਰਤਨ ਹੁੰਦਾ ਆ, ਅੱਜ ਵੀ ਚੱਲ ਰਿਹਾ ਹੈ ਸਾਰਾ। ਬਿਲਾਵਲ ਕੀ ਚੌਂਕੀ ਜਦੋਂ ਸੂਰਜ ਚੜ੍ਹ ਜਾਂਦਾ ਹੈਗਾ ਆ, ਫਿਰ ਚਰਨ ਕਮਲ ਦੀ ਜਿਹੜੀ ਚੌਂਕੀ ਹੈਗੀ ਆ ਜਦੋਂ ਦੁਪਹਿਰ ਦਾ ਸਮਾਂ ਆ ਜਾਂਦਾ ਹੈਗਾ, ਤੇ ਸ਼ਾਮ ਨੂੰ ਜਦੋਂ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਂਦਾ, ਇਸ ਨੂੰ ਵੀ ਸੰਧਿਆ ਵੇਲੇ ਦੀ ਚੌਂਕੀ ਕਹਿੰਦੇ ਆ। ਤੇ ਰਾਤ ਨੂੰ ਜਿਹੜੀ ਹੁੰਦੀ ਆ 4 ਘੜੀ, ਜਦੋਂ ਰਾਤ ਬੀਤ ਜਾਂਦੀ ਆ, ਤੇ ਉਸ ਵੇਲੇ ਕਲਿਆਣ ਦੀ ਚੌਂਕੀ ਦਾ ਜਿਹੜਾ ਕੀਰਤਨ ਆ ਉਹ ਕੀਤਾ ਜਾਂਦਾ ਆ। ਕਹਿਣ ਤੋਂ ਭਾਵ ਕਿ ਇਸ ਸ਼ਬਦ ਦੀ ਇੰਨੀ ਮਹਾਨਤਾ ਹੈਗੀ ਆ ਕਿ ਚੌਂਕੀ ਸ਼ਬਦ ਦੇ ਨਾਲ ਸਿੱਖ ਨੇ ਆਪਣੇ ਮਨ ਦੇ ਵਿੱਚ ਜਿਹੜੇ ਵਸੇ ਚੋਰ ਨੇ ਉਹਨਾਂ ਤੋਂ ਸੁਚੇਤ ਰਹਿ ਕੇ ਪਹਿਰਾ ਦੇਣਾ ਹੈਗਾ। ਗੁਰਬਾਣੀ ਦਾ ਫਰਮਾਨ ਵੀ ਆ, ਗੁਰੂ ਪਾਤਸ਼ਾਹ ਦੀ ਤਾਕੀਦ ਆ ਜੀ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਕਿ ਗੁਰੂ ਦਾ ਸ਼ਬਦ ਇਸ ਤਰ੍ਹਾਂ ਦੀ ਚੌਂਕੀ ਦਾ ਕੰਮ ਕਰਦਾ ਆ ਕਿ ਮੇਰੇ ਮਨ ਦੇ ਵਿੱਚ ਜਿਹੜੇ ਚੋਰ ਨੇ ਇਹਨਾਂ ਤੋਂ ਮੈਨੂੰ ਬਚਾ ਕੇ ਰੱਖਦਾ। ਇਹ ਸੀ ਸ਼ਬਦ ਚੌਂਕੀ। ਤੇ ਇਸ ਦੇ ਨਾਲ ਇਤਿਹਾਸਿਕ ਚੌਂਕੀਆਂ ਦੀ ਵੀ ਜਿਹੜੀ ਹੈਗੀ ਆ ਸਿੱਖੀ ਵਿੱਚ ਮਹਾਨਤਾ ਹੈਗੀ ਆ। ਜਦੋਂ 6ਵੇਂ ਪਾਤਸ਼ਾਹ ਜਿਹੜੇ ਨੇ ਉਹ ਇੱਕ ਸਮੇਂ ਅੰਮ੍ਰਿਤਸਰ ਸਾਹਿਬ ਤੋਂ ਇੱਕ ਨਗਰੀ ਦੇ ਵਿੱਚ, ਜਿੱਥੇ ਉਹਨਾਂ ਦੇ ਸਿੱਖ ਰਹਿ ਰਹੇ ਸੀ, ਉੱਥੇ ਜਾ ਕੇ ਠਹਿਰਦੇ ਨੇ ਕੁਝ ਸਮੇਂ ਦੇ ਲਈ। ਤੇ ਡਰੌਲੀ ਭਾਈ ਕੀ ਨਾਂ ਦਾ ਉਹ ਨਗਰ ਸੀ ਜੀ।
ਤੇ ਜਦੋਂ ਗੁਰੂ ਪਾਤਸ਼ਾਹ ਉੱਥੇ ਜ਼ਿਆਦਾ ਸਮਾਂ ਠਹਿਰਦੇ ਨੇ ਤੇ ਪਿੱਛੋਂ ਬਾਬਾ ਬੁੱਢਾ ਜੀ ਜਿਹੜੇ ਨੇ ਉਹ ਉਹਨਾਂ ਨੂੰ ਫਿਰ ਚਿੱਠੀ ਲਿਖ ਕੇ ਭੇਜਦੇ ਨੇ ਕਿ ਸੰਗਤ ਜਿਹੜੀ ਆ ਤੁਹਾਡੇ ਦਰਸ਼ਨਾਂ ਲਈ ਬਹਿਬਲ ਹੋ ਰਹੀ ਆ, ਤੁਹਾਡੇ ਦਰਸ਼ਨਾਂ ਦੀ ਲੋੜ ਹੈਗੀ ਆ ਤੇ ਤੁਸੀਂ ਜਲਦ ਤੋਂ ਜਲਦ ਸ੍ਰੀ ਅੰਮ੍ਰਿਤਸਰ ਆਉਣ ਦੀ ਜਿਹੜੀ ਵਾਪਸੀ ਆ ਉਹ ਖੇਚਲ ਕਰੋ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਸਮੇਂ ਬਾਬਾ ਬੁੱਢਾ ਜੀ ਨੂੰ ਇਹ ਲਿਖ ਕੇ ਭੇਜਦੇ ਨੇ ਕਿ ਤੁਸੀਂ ਜਿੰਨਾ ਚਿਰ ਤੱਕ ਅਸੀਂ ਨਹੀਂ ਆਉਂਦੇ ਜਾਂ ਅਸੀਂ ਜਲਦੀ ਆਵਾਂਗੇ, ਤੁਸੀਂ ਉਹਨਾਂ ਚਿਰ ਤੱਕ ਸ਼ਬਦ ਕੀਰਤਨ ਦੀ ਜਿਹੜੀ ਚੌਂਕੀ ਆ ਉਹਦੀ ਸ਼ੁਰੂਆਤ ਕਰੋ। ਤੇ ਉਸ ਸਮੇਂ ਸੰਗਤਾਂ ਨੇ, ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਇਹ ਸ਼ਬਦ ਚੌਂਕੀ ਦੀ ਜਿਹੜੀ ਪਰੰਪਰਾ ਸੀ ਇਹ ਸ਼ੁਰੂ ਕੀਤੀ। ਤੇ ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੁੰਦੇ ਨੇ, ਉਸ ਸਮੇਂ ਵੀ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਰਤਨ ਕਰਦੀਆਂ ਜਾਂਦੀਆਂ ਹੁੰਦੀਆਂ ਸਨ। ਗਲਾਂ ਦੇ ਵਿੱਚ ਢੋਲਕੀਆਂ, ਛੈਣੇ ਜਾਂ ਜਿਹੜੇ ਵੀ ਉਹਨਾਂ ਕੋਲ ਉਸ ਸਮੇਂ ਸੰਗੀਤ ਦੇ ਸਾਜ਼ ਹੁੰਦੇ ਸਨ ਉਹਨਾਂ ਨੂੰ ਨਾਲ ਲੈ ਕੇ ਤੇ ਗਵਾਲੀਅਰ ਕਿਲੇ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਇਹ ਕਿਲਾ ਹੈਗਾ ਜੀ, ਉੱਥੇ ਜਾ ਕੇ ਤੇ ਫਿਰ ਉਹ ਕਿਲੇ ਦੀਆਂ ਪਰਿਕਰਮਾ ਕਰਦੀਆਂ ਸਨ ਤੇ ਉੱਥੇ ਨਤਮਸਤਕ ਹੋ ਕੇ ਤੇ ਅੰਮ੍ਰਿਤਸਰ ਵਾਪਸ ਆਉਂਦੇ ਸੀ। ਤੇ ਇਹਨਾਂ ਦੀ ਦੂਰੀ ਤੁਸੀਂ ਦੇਖ ਲਓ ਸਾਧ ਸੰਗਤ ਕਿ ਇਹਨਾਂ ਦਾ ਆਪਸ ਦੇ ਵਿੱਚ ਕਿੰਨਾ ਵੱਡਾ ਫਾਸਲਾ ਹੈਗਾ। ਹੁਣ ਇੱਥੇ ਭਾਵ ਕੀ ਹੈਗਾ ਕਿ ਜਦੋਂ ਸਿੱਖ ਦਾ ਗੁਰੂ ਦੇ ਪਿਆਰ ਦੇ ਵਿੱਚ ਮਨ ਭਿੱਜ ਜਾਂਦਾ, ਉਸ ਦੇ ਦਰਸ਼ਨਾਂ ਦੀ ਤਾਂਘ ਜਾਗਦੀ ਆ ਤੇ ਉਹਦੇ ਲਈ ਕੋਈ ਬਾਹਰੀ ਦੂਰੀਆਂ ਮਾਇਨਾ ਨਹੀਂ ਰੱਖਦੀ। ਉਹ ਵੱਡੇ ਤੋਂ ਵੱਡੇ ਪੈਂਡੇ ਵੀ ਤੈਅ ਕਰਕੇ ਗੁਰੂ ਦੇ ਦਰਸ਼ਨਾਂ ਦੇ ਲਈ, ਗੁਰੂ ਨੂੰ ਨਤਮਸਤਕ ਹੋਣ ਦੇ ਲਈ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਆ। ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਉਹ ਸ਼ਬਦ ਵੀ ਸਾਨੂੰ ਯਾਦ ਹੋਏਗਾ ਜਦੋਂ ਗੁਰੂ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਚਿੱਠੀ ਲਿਖੀ ਸੀ ਗੁਰੂ ਰਾਮਦਾਸ ਪਾਤਸ਼ਾਹ ਨੂੰ, ਮੇਰਾ ਮਨ ਲੋਚੇ ਗੁਰਦਰਸ਼ਨ, ਤਾਂ ਕਿ ਉਸ ਦੇ ਮਨ ਦੇ ਵਿੱਚ ਜਿਹੜੀ ਦਰਸ਼ਨਾਂ ਦੀ ਲੋਚਾ ਹੈਗੀ ਆ ਉਸ ਦਾ ਬਿਆਨ ਕੀਤਾ ਜਾਂਦਾ ਹੈਗਾ। ਸੋ ਇਸ ਕਰਕੇ ਅਰਦਾਸ ਦੇ ਵਿੱਚ ਇਹਨਾਂ ਚੌਂਕੀਆਂ ਦਾ ਵੀ ਜਿਹੜਾ ਆ ਉਹ ਜ਼ਿਕਰ ਕੀਤਾ ਜਾਂਦਾ। ਤੇ ਇਸ ਤੋਂ ਅੱਗੇ ਜਿਹੜਾ ਆਉਂਦਾ ਆ ਜੀ ਨਿਸ਼ਾਨ ਸਾਹਿਬ, ਝੰਡਿਆਂ ਦੀ ਜਿਹੜੀ ਗੱਲ ਕੀਤੀ ਜਾਂਦੀ ਆ। ਸਿੱਖੀ ਦੇ ਵਿੱਚ ਨਿਸ਼ਾਨ ਸਾਹਿਬ ਸਿਰਫ ਇੱਕ ਕੋਈ ਛੋਟਾ ਜਿਹਾ ਚਿੰਨ੍ਹ ਨਹੀਂ ਹੈਗਾ, ਇਹ ਸਿੱਖੀ, ਇਹ ਖਾਲਸਾ ਪੰਥ ਦੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ ਸਾਧ ਸੰਗਤ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਅਸੀਂ ਜਾਣਦੇ ਹਾਂ ਕਿ ਜਦੋਂ ਮੀਰੀ ਪੀਰੀ ਦੀ ਸ਼ੁਰੂਆਤ ਜਿਹੜੀ ਹੈ ਪ੍ਰੈਕਟੀਕਲ ਰੂਪ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤੀ ਤੇ ਉਹਨਾਂ ਨੇ ਦੋ ਨਿਸ਼ਾਨ ਸਾਹਿਬ ਵੀ ਜਿਹੜੇ ਸੀ ਉਹ ਸਥਾਪਿਤ ਕੀਤੇ ਸੀ, ਮੀਰੀ ਦਾ ਤੇ ਪੀਰੀ ਦਾ। ਤੇ ਅੱਜ ਵੀ ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਸ ਨੂੰ ਪੀਰੀ ਤੋਂ ਥੋੜਾ ਛੋਟਾ ਰੱਖਿਆ ਜਾਂਦਾ, ਜਿਹਦੇ ਪਿੱਛੇ ਭਾਵਨਾ ਹੈਗੀ ਆ ਕਿ ਧਰਮ ਜਿਹੜਾ ਆ ਹਮੇਸ਼ਾ ਰਾਜਨੀਤੀ ਤੋਂ ਉੱਪਰ ਰਹੇਗਾ, ਕਿ ਜਦੋਂ ਵੀ ਇਨਸਾਨ ਨੇ ਆਪਣੇ ਸੰਸਾਰ ਦੇ ਵਿੱਚ ਜਿਉਣਾ ਹੈਗਾ ਆ ਉਸ ਨੂੰ ਜਿਹੜੀ ਸੇਧ ਆ ਉਹ ਧਰਮ ਤੋਂ ਲੈਣੀ ਪਏਗੀ। ਤੇ ਅਸੀਂ ਇਹ ਜਾਚਨਾ ਵੀ ਕਰਦੇ ਹਾਂ, ਸ਼ਬਦ ਵੀ ਆਮ ਸਿੱਖ ਪੜ੍ਹਦੇ ਨੇ ਕਿ ਝੂਲਤੇ ਨਿਸ਼ਾਨ ਰਹੇ ਪੰਥ ਮਹਾ ਰਾਜ ਕੇ, ਕਿ ਇਹ ਨਿਸ਼ਾਨ ਜਿਹੜੇ ਨੇ ਹਮੇਸ਼ਾ ਝੁਲਦੇ ਰਹਿਣ। ਇਹ ਸਾਡੀ ਪ੍ਰਭੂ ਸੱਤਾ ਦੇ, ਸਾਡੀ ਜਿਹੜੀ ਧਰਮ ਦੀ ਇੱਕ ਆਜ਼ਾਦਾਨਾ ਹਸਤੀ ਆ ਉਹਦੇ ਪ੍ਰਤੀਕ ਹੈਗੇ ਨੇ। ਤੇ ਇਸ ਤੋਂ ਅੱਗੇ ਜਾਚਨਾ ਕੀਤੀ ਜਾਂਦੀ ਆ ਜੀ ਬੁੰਗਿਆਂ ਦੀ। ਬੁੰਗਾ ਸ਼ਬਦ ਦਾ ਜਿਹੜਾ ਫਾਰਸੀ ਦੇ ਵਿੱਚ ਸ਼ਾਬਦਿਕ ਅਰਥ ਹੁੰਦਾ ਉਹ ਹੁੰਦਾ ਆਰਾਮ ਘਰ, ਰਿਹਾਇਸ਼। ਪਰ ਜਦੋਂ ਸਿੱਖ ਧਰਮ ਦੇ ਵਿੱਚ ਸ਼ਬਦ ਬੁੰਗੇ ਦੀ ਵਰਤੋਂ ਕੀਤੀ ਜਾਂਦੀ ਸਾਧ ਸੰਗਤ ਜੀ, ਇਹ ਵੱਖ-ਵੱਖ ਸੰਦਰਭਾਂ ਦੇ ਵਿੱਚ ਜਿਹੜਾ ਸ਼ਬਦ ਆ ਸਾਨੂੰ ਸਮਝਣ ਦੀ ਲੋੜ ਹੈਗੀ ਆ। ਅਕਾਲ ਤਖਤ ਸਾਹਿਬ ਨੂੰ ਵੀ ਸਭ ਤੋਂ ਪਹਿਲਾਂ ਅਕਾਲ ਬੁੰਗੇ ਦਾ ਜਿਹੜਾ ਨਾਮ ਸੀ ਉਹ ਦਿੱਤਾ ਗਿਆ ਸੀ। ਤੇ ਅਕਾਲ ਤਖਤ ਸਾਹਿਬ ਦੇ ਨਾਲ ਅੱਜ ਵੀ ਜਿਹੜੇ ਨੇ ਉਹ ਝੰਡੇ ਬੁੰਗੇ, ਤੁਸੀਂ ਜਾਓ ਜਦੋਂ ਦਰਸ਼ਨ ਕਰਨ ਦੇ ਲਈ, ਉੱਥੇ ਸਥਾਨ ਬਣਿਆ ਹੈਗਾ, ਉਹਦੇ ਵੀ ਦਰਸ਼ਨ ਕਰਨੇ ਜਾ ਕੇ। ਹੁਣ ਜਦੋਂ 18ਵੀਂ ਸਦੀ ਦਾ ਸਾਰਾ ਮਾਹੌਲ ਚੱਲ ਰਿਹਾ ਹੈਗਾ, ਇਸ ਨੂੰ ਸਮਝਣ ਦੀ ਲੋੜ ਹੈ ਇਤਿਹਾਸ ਦੇ ਵਿੱਚੋਂ ਕਿ ਜਿਹੜੇ ਮੁਗਲ ਨੇ, ਅਫਗਾਨ ਨੇ, ਉਸ ਸਮੇਂ ਉੱਤੇ ਜਿਹੜਾ ਹਰਿਮੰਦਰ ਸਾਹਿਬ ਸੀ ਇਸ ਦੀਆਂ ਜਿਵੇਂ ਅੱਜ ਸਾਰੇ ਪਾਸੇ ਇਮਾਰਤਾਂ ਦੇ ਨਾਲ ਸੁਰੱਖਿਅਤ ਹੈਗਾ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ। ਸਰੋਵਰ ਦੇ ਆਲੇ ਦੁਆਲੇ ਬਹੁਤ ਜਿਹੜੀਆਂ ਘੱਟ ਇਮਾਰਤਾਂ ਹੁੰਦੀਆਂ ਸੀ ਤੇ ਹਮਲਾਵਰ ਜਦੋਂ ਵੀ ਆਉਂਦਾ ਸੀ ਉਹ ਸਿੱਧਾ ਆ ਕੇ ਸ਼੍ਰੀ ਹਰਿਮੰਦਰ ਸਾਹਿਬ ਤੇ ਜਾਂ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰ ਦਿੰਦਾ ਸੀ। ਇਸ ਲਈ 18ਵੀਂ ਸਦੀ ਦੇ ਵਿੱਚ ਜਦੋਂ ਸਿੱਖ ਸਰਦਾਰਾਂ ਨੇ ਮਿਸਲਾਂ ਦਾ ਜਿਹੜਾ ਰਾਜ ਸੀ ਉਹ ਕਾਇਮ ਕੀਤਾ ਤੇ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਬੁੰਗਿਆਂ ਦੇ ਨਿਰਮਾਣ ਦੇ ਨਾਲ ਸੁਰੱਖਿਅਤ ਕੀਤਾ। ਇਹ ਇੱਕ ਪੁਰਾਣੀ ਜਿਹੜੀ ਹੈਗੀ ਆ ਜੀ ਪੇਂਟਿੰਗ, ਇਸ ਦੇ ਵਿੱਚ ਦੇਖ ਸਕਦੇ ਹੋ ਕਿ ਉਰਦੂ ਦੇ ਵਿੱਚ ਵੱਖ-ਵੱਖ ਬੁੰਗਿਆਂ ਦੇ ਜਿਹੜੇ ਨਾਮ ਨੇ ਉਹ ਲਿਖੇ ਹੋਏ ਨੇ ਕਿ ਕਿਹੜੀ-ਕਿਹੜੀ ਇਮਾਰਤ ਜਿਹੜੀ ਹੈਗੀ ਆ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਜਿੱਥੇ ਅੱਜ ਹੈਗੀਆਂ ਨੇ ਇੱਥੇ ਬਣੀਆਂ ਹੋਈਆਂ ਸਨ। ਤੇ ਤਕਰੀਬਨ 84 ਦੇ ਕਰੀਬ ਜਿਹੜੇ ਬੁੰਗੇ ਨੇ ਸਿੱਖ ਸਰਦਾਰਾਂ ਦੁਆਰਾ ਜਿਹੜਾ ਸੀ ਉਹਨਾਂ ਦਾ ਨਿਰਮਾਣ ਕਰਾਇਆ ਜਾਂਦਾ ਹੈਗਾ।
ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇਹ ਤਸਵੀਰ ਦੇ ਵਿੱਚ ਇੱਕ ਪੇਂਟਿੰਗ ਆ, ਤੁਸੀਂ ਦੇਖੋ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਇਮਾਰਤ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਇਹ ਮਹਾਰਾਜਾ ਰਣਜੀਤ ਸਿੰਘ ਦਾ ਬੂੰਗਾ ਹੁੰਦਾ ਸੀ। ਇਸ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ। ਤੇ ਜਦੋਂ ਅੰਗਰੇਜ਼ਾਂ ਨੇ ਆਪਣਾ ਜਿਹੜਾ ਰਾਜ ਆ ਇੱਥੇ ਕਾਇਮ ਕੀਤਾ, ਪੰਜਾਬ ਨੂੰ ਆਪਣੇ ਅਧੀਨ ਕੀਤਾ, ਉਸ ਸਮੇਂ ਉੱਤੇ ਇਸ ਬੂੰਗੇ ਨੂੰ ਢਾਹ ਕੇ ਇੱਥੇ ਜਿਹੜਾ ਕਲੋਕ ਟਾਵਰ ਅਸੀਂ ਦੇਖ ਰਹੇ ਹਾਂ, ਇਸ ਨੂੰ ਬਣਵਾ ਦਿੱਤਾ। ਕਿ ਇਹਦਾ ਭਾਵ ਸੀ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਉਹ ਖਤਮ ਹੋ ਚੁੱਕਾ ਤੇ ਸਾਡੇ ਰਾਜ ਦੀ ਜਿਹੜੀ ਧਾਕ ਆ ਉਹ ਸਥਾਪਿਤ ਹੋ ਚੁੱਕੀ ਆ। ਇਸ ਦਾ ਬੜਾ ਵਿਰੋਧ ਵੀ ਹੁੰਦਾ ਉਸ ਸਮੇਂ ਦੇ ਉੱਤੇ ਜਦੋਂ ਇਹ ਸਾਰਾ ਕੁਝ ਕੀਤਾ ਜਾਂਦਾ ਆ। ਤੇ ਇਸ ਦੀ ਜਿਹੜਾ ਆਕਾਰ ਆ, ਇਸ ਦਾ ਜਿਹੜਾ ਡਿਜ਼ਾਈਨ ਆ, ਇੱਕ ਚਰਚ ਦੀ ਤਰ੍ਹਾਂ ਦਿੱਤਾ ਜਾਂਦਾ ਆ। ਤੇ ਇਸ ਦਾ ਵੀ ਸਿੱਖ ਇਤਿਹਾਸ ਦੇ ਵਿੱਚ ਬੜਾ ਜ਼ਿਕਰ ਮਿਲਦਾ ਕਿ ਸਿੱਖਾਂ ਨੇ ਬਹੁਤ ਭਾਰੀ ਵਿਰੋਧ ਕੀਤਾ ਸੀ, ਪਰ ਉਸ ਸਮੇਂ ਜਿਹੜਾ ਸੀ ਉਹਨਾਂ ਦੀ ਬੇਬਸੀ ਸੀ, ਕਿਉਂਕਿ ਰਾਜ ਜਿਹੜਾ ਸੀ ਉਹ ਗੋਰਿਆਂ ਦਾ ਸੀ। ਬਾਅਦ ਵਿੱਚ ਫਿਰ ਇਸ ਨੂੰ ਢਾਹ ਦਿੱਤਾ ਜਾਂਦਾ। ਪਰ ਅੱਜ ਵੀ ਜਿਹੜੇ ਅੰਮ੍ਰਿਤਸਰ ਦੇ ਵਸਨੀਕ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇਸ ਪਾਸੇ ਜਦੋਂ ਆਉਂਦੇ ਨੇ ਤੇ ਉਹ ਹਮੇਸ਼ਾ ਕਹਿੰਦੇ ਨੇ ਕਿ ਘੰਟਾ ਘਰ ਵਾਲੀ ਜਿਹੜੀ ਪਾਸਾ ਆ ਉਹਦੇ ਤਰਫੋਂ ਆਉਣਾ। ਇਹ ਉੱਤਰੀ ਪਾਸੇ ਵੱਲ ਜਿਹੜੀ ਹੈਗੀ ਆ ਉਸ ਜਿਹੜੀ ਇਹਦੀ ਲੋਕੇਸ਼ਨ ਆ ਉਸ ਪਾਸੇ ਵੱਲ ਹੁੰਦੀ ਸੀ, ਜਲਿਆਂਵਾਲੇ ਬਾਗ ਦੇ ਵੱਲੋਂ ਜਦੋਂ ਸਿੱਖ ਦਰਸ਼ਨਾਂ ਲਈ ਆਉਂਦੇ ਹੈਗੇ ਸੀ। ਹੁਣ ਸਾਰੇ ਪਿੱਛੇ ਬੂੰਗਿਆਂ ਨੂੰ ਯਾਦ ਕਿਉਂ ਕੀਤਾ ਜਾਂਦਾ? ਇਹ ਸਾਰਾ ਜਿਹੜਾ ਇਮਾਰਤਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਤੋਂ ਬਾਅਦ ਕਿ ਇਹਨਾਂ ਬੂੰਗਿਆਂ ਦੇ ਵਿੱਚ ਕੀ ਕੁਝ ਵਾਪਰਿਆ ਜਿਹਦੇ ਕਰਕੇ ਇਹਨਾਂ ਦੀ ਜਿਹੜੀ ਜੁਗੋ ਜੁਗ ਅਟਲਤਾ ਦੀ ਜਾਚਨਾ ਆ ਉਹ ਅਰਦਾਸ ਦੇ ਵਿੱਚ ਕੀਤੀ ਜਾਂਦੀ ਹੈਗੀ। ਇਹਨਾਂ ਬੂੰਗਿਆਂ ਦੇ ਵਿੱਚੋਂ ਬਹੁਤ ਸਾਰੇ ਬੂੰਗੇ ਹੁੰਦੇ ਸਨ ਜਿਨ੍ਹਾਂ ਨੂੰ ਗਿਆਨੀਆਂ ਦੇ ਬੂੰਗੇ ਕਹਿੰਦੇ ਸਨ। ਕਿ ਅੱਜ ਜਿਵੇਂ ਜੇ ਗੁਰਸਿੱਖ ਨੇ ਸੰਥਿਆ ਲੈਣੀ ਹੋਏ ਉਹਦੇ ਲਈ ਤੇ ਬੜੇ ਰਿਸੋਰਸ ਜਿਹੜੇ ਨੇ ਅਵੇਲੇਬਲ ਹੈਗੇ ਨੇ, ਪਰ ਉਸ ਸਮੇਂ ਦੇ ਵਿੱਚ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਲੈਣੀ ਹੁੰਦੀ ਸੀ, ਗੁਰਬਾਣੀ ਜਾਂ ਸਿੱਖ ਗ੍ਰੰਥਾਂ ਦਾ ਅਧਿਐਨ ਕਰਨਾ ਹੁੰਦਾ ਸੀ, ਤੇ ਉੱਥੇ ਜਿਹੜੇ ਗਿਆਨੀਆਂ ਦੇ ਬੂੰਗੇ ਬਣੇ ਹੁੰਦੇ ਸਨ ਉਹਨਾਂ ਦੇ ਵਿੱਚ ਜਾ ਕੇ ਜਿਹੜੀ ਉਹ ਸਿੱਖਿਆ ਸੀ ਉਹ ਹਾਸਲ ਕਰਦੇ ਹੁੰਦੇ ਸਨ। ਇਹ ਬੜੀ ਵੱਡੀ ਇੱਕ ਜਿਹੜੀ ਆ ਗਿਆਨੀਆਂ ਦੇ ਬੂੰਗਿਆਂ ਦੀ, ਤੇ ਬੜੇ ਜਿਹੜੇ ਸਿੱਖ ਵਿਦਵਾਨ ਨੇ ਇਹਨਾਂ ਬੂੰਗਿਆਂ ਦੇ ਵਿੱਚੋਂ ਪੈਦਾ ਹੋਏ ਨੇ। ਸਰਦਾਰ ਰਤਨ ਸਿੰਘ ਭੰਗੂ ਨੇ ਜਦੋਂ ਆਪਣਾ ਸ਼੍ਰੀ ਗੁਰੂ ਪੰਥ ਪ੍ਰਕਾਸ਼ ਮੁਕੰਮਲ ਕੀਤਾ ਸੀ, ਉਹ ਵੀ ਇੱਕ ਬੂੰਗੇ ਦੇ ਵਿੱਚ ਬੈਠ ਕੇ ਲਿਖਿਆ ਸੀ ਜਿਸ ਦਾ ਜ਼ਿਕਰ ਉਹਨਾਂ ਨੇ ਪੰਥ ਪ੍ਰਕਾਸ਼ ਦੇ ਵਿੱਚ ਕੀਤਾ ਹੈਗਾ। ਤੇ ਜਿਨ੍ਹਾਂ ਨੇ ਰਾਗ ਵਿਦਿਆ ਲੈਣੀ ਹੁੰਦੀ ਸੀ ਉੱਥੇ ਰਾਗੀਆਂ ਦੇ ਬੂੰਗੇ ਵੀ ਹੁੰਦੇ ਸਨ। ਉਹ ਰਾਗੀ ਜਿਹੜੇ ਸੰਗੀਤ ਦੇ ਮਾਹਿਰ ਹੁੰਦੇ ਸਨ, ਜਿਹੜੇ ਗੁਰਮਤਿ ਸੰਗੀਤ ਦੀ ਜਿਹੜੀ ਜਾਚ ਆ ਉਹ ਦੱਸਦੇ ਹੁੰਦੇ ਸਨ, ਉਹ ਸਿਖਾਉਂਦੇ ਸਨ ਸੰਗਤਾਂ ਨੂੰ। ਤੇ ਨਾਲ ਦੇ ਨਾਲ ਅਕਾਲੀਆਂ ਦੇ ਬੂੰਗੇ ਕਿ ਸਿੱਖਾਂ ਨੇ ਇਕੱਲੇ ਰਾਗ ਵਿਦਿਆ ਹਾਸਲ ਨਹੀਂ ਕਰਨੀ, ਉਸਨੇ ਸਿੱਖ ਮਾਰਸ਼ਲ ਆਰਟ ਦੇ ਵੀ ਧਾਰਨੀ ਹੋਣਾ। ਜਿੱਥੇ ਨਿਹੰਗ ਸਿੰਘਾਂ ਦਾ ਪਹਿਰਾ ਹੁੰਦਾ ਸੀ ਉੱਥੇ ਉਹ ਪੂਰੀ ਗੱਤਕੇ ਦੀ ਜਿਹੜੀ ਸਿਖਲਾਈ ਆ ਉਹ ਦਿੱਤੀ ਜਾਂਦੀ ਸੀ ਸਿੱਖਾਂ ਨੂੰ। ਤੇ ਸੰਪਰਦਾਈ ਬੂੰਗੇ ਉਹ ਬੂੰਗੇ ਜਿਨ੍ਹਾਂ ਦੇ ਵਿੱਚ ਸਿੱਖ ਸੰਪਰਦਾਵਾਂ ਨੇ, ਉਦਾਸੀਆਂ ਨੇ, ਨਿਰਮਲਿਆਂ ਨੇ, ਸੇਵਾ ਪੰਥੀਆਂ ਨੇ, ਜਿਹਦੇ ਵਿੱਚ ਭਾਈ ਘਨੱਈਆ ਜੀ ਆ ਜਾਂਦੇ ਨੇ। ਉਹਨਾਂ ਸਾਰਿਆਂ ਨੇ ਜਿਹੜਾ ਸਿੱਖੀ ਦਾ ਪ੍ਰਚਾਰ ਕਰਨ ਦੇ ਵਿੱਚ ਜੋ ਯੋਗਦਾਨ ਪਾਇਆ, ਉਹਨਾਂ ਦੇ ਵੀ ਬੂੰਗੇ ਜਿਹੜੇ ਹੁੰਦੇ ਸੀ ਉਹ ਉੱਥੇ ਬਣੇ ਹੁੰਦੇ ਸਨ। ਤੇ ਵੱਖ-ਵੱਖ ਜਿਹੜੇ ਮਿਸਲਾਂ ਦੇ ਸਰਦਾਰ ਸੀ ਉਹਨਾਂ ਨੇ ਵੀ ਜਿਹੜੇ ਬੂੰਗੇ ਸੀ ਉਹ ਆਪਣੇ ਉੱਥੇ ਬਣਾਏ ਸਨ। ਅੱਜ ਜਦੋਂ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ ਤੇ ਇਸ ਦੇ ਚੜ੍ਹਦੇ ਵਾਲੇ ਪਾਸੇ ਇਹ ਜਿਹੜਾ ਬੂੰਗਾ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਬਣਾਇਆ ਸੀ, ਜਿਸ ਨੂੰ ਬੂੰਗਾ ਰਾਮਗੜੀਆ ਵੀ ਕਿਹਾ ਜਾਂਦਾ ਆ, ਉਹ ਅੱਜ ਵੀ ਉੱਥੇ ਸਥਿਤ ਹੈਗਾ ਆ। ਤੇ ਜਦੋਂ ਵੀ ਅਗਲੀ ਵਾਰੀ ਤੁਸੀਂ ਹਰਿਮੰਦਰ ਸਾਹਿਬ ਜਾਓ, ਇਹਦੇ ਦਰਸ਼ਨ ਇਸ ਜਗ੍ਹਾ ਦੇ ਉੱਤੇ ਵੀ ਜਾ ਕੇ ਜ਼ਰੂਰ ਆਉਣਾ। ਤੇ ਫਿਰ ਸਾਨੂੰ ਅਹਿਸਾਸ ਹੋਏਗਾ ਕਿ ਇਹਨਾਂ ਬੂੰਗਿਆਂ ਇਹ ਇਮਾਰਤ ਇੰਨੀ ਜਿੰਨੀ ਲੱਭ ਰਹੀ ਆ, ਇਸ ਤੋਂ 2-3 ਮੰਜ਼ਲਾਂ ਥੱਲੇ ਵੀ ਹੈਗੀ ਸਾਧ ਸੰਗਤ ਜੀ। ਉਹ ਜਾ ਕੇ ਸਾਰਾ ਵਿੱਚ ਉਹਦੇ ਖੂਹ ਵੀ ਬਣਿਆ ਹੈਗਾ, ਉਹ ਇੱਟਾਂ ਵੇਖਣੀਆਂ, ਉਸ ਦੀ ਜਿਹੜੀ ਨਿਰਮਾਣ ਕਲਾ ਆ ਉਸ ਨੂੰ ਧਿਆਨ ਦੇ ਨਾਲ ਦੇਖਣਾ। ਤੇ ਫਿਰ ਸਾਨੂੰ ਪਤਾ ਚੱਲਦਾ ਹੈਗਾ ਕਿ ਜਦੋਂ ਅਰਦਾਸ ਦੇ ਵਿੱਚ ਇਹਨਾਂ ਬੂੰਗਿਆਂ ਦੀ ਜੁਗੋ ਜੁਗ ਅਟਲਤਾ ਦੀ ਜਾਚਨਾ ਕੀਤੀ ਜਾਂਦੀ ਆ ਕਿ ਉਸ ਦੇ ਵਿੱਚ ਭਾਵਨਾ ਕੀ ਹੈਗੀ ਕਿ ਇਹ ਬੂੰਗਿਆਂ ਨੇ ਜਿਹੜਾ ਯੋਗਦਾਨ ਪਾਇਆ ਵਿਦਿਆ ਦੇ ਖੇਤਰ ਦੇ ਵਿੱਚ, ਰਾਗ ਦੇ ਖੇਤਰ ਦੇ ਵਿੱਚ, ਸੇਵਾ ਦੇ ਖੇਤਰ ਦੇ ਵਿੱਚ, ਉਹ ਸਾਡੇ ਲਈ ਯਾਦ ਰੱਖਣਾ ਬਹੁਤ ਜ਼ਰੂਰੀ ਹੈਗਾ। ਉਹ ਸਾਡੇ ਵਿਰਸੇ ਦਾ ਜਿਹੜਾ ਆ ਅਟੁੱਟ ਹਿੱਸਾ ਹੈਗਾ ਆ। ਅੱਗੇ ਫਿਰ ਜੁਗੋ ਜੁਗ ਅਟਲ ਕਿ ਜਿੰਨੀਆਂ ਚੀਜ਼ਾਂ ਨੂੰ ਅਸੀਂ ਯਾਦ ਕੀਤਾ ਹੈਗਾ ਆ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਨਿਸ਼ਾਨ ਸਾਹਿਬ, ਝੰਡੇ, ਚੌਂਕੀਆਂ, ਬੂੰਗੇ, ਇਹ ਹਮੇਸ਼ਾ ਤੱਕ ਜੁਗਾਂ ਤੱਕ ਇਹਨਾਂ ਦੀ ਜਿਹੜੀ ਆ ਉਹ ਚੜ੍ਹਾਈ ਰਹੇ, ਉਹ ਚੜ੍ਹਦੀ ਕਲਾ ਰਹੇ। ਇਸ ਦੀ ਜਿਹੜੀ ਜਾਚਨਾ ਆ ਉਹ ਅਰਦਾਸ ਦੇ ਵਿੱਚ ਕੀਤੀ ਜਾਂਦੀ ਹੈਗੀ ਆ। ਜਿਵੇਂ ਗੁਰਬਾਣੀ ਦਾ ਗੁਰੂ ਪਾਤਸ਼ਾਹ ਦਾ ਫਰਮਾਨ ਆ ਜੀ, ਗੁਰ ਕਾ ਬਚਨ ਅਟਲ ਅਛੇਦ, ਕਿ ਗੁਰੂ ਦਾ ਜਿਹੜਾ ਬਚਨ ਆ ਉਹ ਕਿਸੇ ਕਾਲ ਦੇ ਕ੍ਰਮ ਦੇ ਵਿੱਚ ਨਹੀਂ ਹੈਗਾ, ਇਹ ਅਟਲ ਆ, ਇਹ ਛੇਦ ਆ। ਇਹ ਜਦੋਂ ਤੱਕ ਇਹ ਕਾਇਨਾਤ ਰਹੇਗੀ ਉਦੋਂ ਤੱਕ ਗੁਰੂ ਦਾ ਜਿਹੜਾ ਬਚਨ ਆ
ਉਹ ਇਸ ਕਾਇਨਾਤ ਦੇ ਵਿੱਚ ਗੂੰਜਦਾ ਰਹੇਗਾ। ਤੇ ਜਦੋਂ ਤੱਕ ਇਹ ਧਰਤੀ ਰਹੇਗੀ ਉਦੋਂ ਤੱਕ ਇਹਨਾਂ ਬੂੰਗਿਆਂ ਦੀ, ਇਹ ਸਿੱਖ ਵਿਰਸੇ ਦੀ ਜਿਹੜੀ ਜੁਗੋ ਜੁਗ ਅਟਲਤਾ ਦੀ ਜਿਹੜੀ ਕਾਮਨਾ ਆ ਉਹ ਸਿੱਖ ਕਰਦੇ ਰਹਿਣਗੇ। ਤੇ ਇਸ ਤੋਂ ਅੱਗੇ ਫਿਰ ਜਾਚਨਾ ਕੀਤੀ ਜਾਂਦੀ ਹੈ ਜੀ ਧਰਮ ਕਾ ਜੈਕਾਰ, ਕਿ ਧਰਮ ਦੀ ਜੈ ਜੈਕਾਰ ਹੋਏ ਹਮੇਸ਼ਾ। ਗੁਰਬਾਣੀ 'ਚ ਵੀ ਗੁਰੂ ਪਾਤਸ਼ਾਹ ਨੇ ਬੜਾ ਸੋਹਣਾ ਲਿਖਿਆ ਜੀ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਕਿ ਜਿਹੜਾ ਝੂਠ ਹੁੰਦਾ ਆ ਉਹਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਤੇ ਸੱਚ ਨੇ ਇੱਕ ਦਿਨ ਸਾਹਮਣੇ ਆਉਣਾ ਹੀ ਆਉਣਾ ਹੈ। ਝੂਠ ਭਾਵੇਂ ਜਿੰਨਾ ਮਰਜ਼ੀ ਆਪਣੀ ਆਵਾਜ਼ ਬੁਲੰਦ ਕਰ ਲੇ, ਪਰ ਜਿਹੜੀ ਜਿੱਤ ਆ ਹਮੇਸ਼ਾ ਸੱਚ ਦੀ ਹੋਏਗੀ। ਇਸ ਕਰਕੇ ਜਿਹੜੀ ਧਰਮ ਦੀ ਜੈਕਾਰ ਦੀ ਜਾਚਨਾ ਆ ਉਹ ਅਰਦਾਸ ਦੇ ਵਿੱਚ ਕੀਤੀ ਜਾਂਦੀ ਹੈ। ਤੇ ਧਰਮ ਕੀ ਹੈਗਾ ਸਿੱਖ ਦਾ? ਗੁਰੂ ਦੁਆਰਾ ਦੱਸੇ ਹੋਏ ਮਾਰਗ ਤੇ ਚੱਲਣਾ, ਉਹਨਾਂ ਸਿੱਖਿਆਵਾਂ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਜਿਹੜੀਆਂ ਗੁਰੂ ਪਾਤਸ਼ਾਹ ਸਾਨੂੰ ਬਾਣੀ 'ਚ ਤਾਕੀਦ ਕਰਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਧ ਸੰਗਤ ਜਦੋਂ ਅਰਦਾਸ ਦੇ ਵਿੱਚ ਅਸੀਂ ਯਾਦ ਕਰਦੇ ਹਾਂ ਤੇ ਸਾਡੇ ਮਨ ਦੇ ਵਿੱਚ ਇਹ ਅਹਿਸਾਸ ਹੋਣਾ ਚਾਹੀਦਾ ਕਿ ਇਹਨਾਂ ਦੀ ਜਾਚਨਾ ਪਿੱਛੇ ਭਾਵਨਾ ਕੀ ਹੈਗੀ ਆ। ਭਾਵੇਂ ਉਹ ਪਿਛਲੇ ਹਫ਼ਤੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਦੀ ਮੰਗ ਸੀ, ਜਾਂ ਅੱਜ ਸਿੱਖਾਂ ਦੀਆਂ ਉਹ ਸੰਸਥਾਵਾਂ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਲ ਆ ਉਹ ਅਦਾ ਕੀਤਾ ਆ। ਤੇ ਇਹਨਾਂ ਦੇ ਇੱਕ ਇੱਕ ਸ਼ਬਦ ਨੂੰ, ਜਿਵੇਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈਗੀ ਆ, ਕਿ ਅਸੀਂ ਆਪਣੇ ਮਨ 'ਚ ਵਸਾਉਣਾ ਆ। ਜਦੋਂ ਹਰਿਮੰਦਰ ਸਾਹਿਬ ਜਾਂਦੇ ਆ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਆ, ਤੇ ਹਮੇਸ਼ਾ ਯਾਦ ਰੱਖਣਾ ਕਿ ਇਹ ਉਹ ਪਾਵਨ ਧਰਤੀ ਆ ਜਿੱਥੇ ਇੱਕ ਨਹੀਂ ਲੱਖਾਂ ਸੀਸਾਂ ਨੂੰ ਚਿਣਿਆ ਗਿਆ ਆ ਇਸ ਦੀ ਅਜ਼ਮਤ ਨੂੰ ਕਾਇਮ ਰੱਖਣ ਦੇ ਤੇ। ਇਹ ਕੋਈ ਆਮ ਨਗਰੀ ਨਹੀਂ ਹੈਗੀ। ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ ਸੀ ਕਿ ਜਦੋਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਤੁਸੀਂ ਆਪਣਾ ਕਦਮ ਰੱਖੋ ਤੇ ਇੰਨੇ ਸੁਚੇਤ ਹੋਣਾ ਕਿ ਇਸ ਤੇ ਇੱਕ ਇੱਕ ਇੰਚ ਦੇ ਉੱਤੇ ਪਤਾ ਨਹੀਂ ਕਿੰਨੇ ਸ਼ਹੀਦਾਂ ਦੇ ਜਿਹੜੇ ਸਿਰ ਨੇ ਉਹ ਚਿਣੇ ਹੋਏ ਨੇ। ਇਹ ਉਹ ਪਾਵਨ ਧਰਤੀ ਦੇ ਇਸ਼ਨਾਨਾਂ ਦੀ ਮੰਗ ਕੀਤੀ ਜਾਂਦੀ ਆ। ਤੇ ਸਿੱਖ ਨੇ ਜਿੱਥੇ ਇਸ ਤਨ ਨੂੰ ਸਵਾਰਨਾ ਆ, ਉੱਥੇ ਨਾਲ ਦੀ ਨਾਲ ਆਪਣੇ ਮਨ ਦੀ ਵੀ, ਜਿਵੇਂ ਸ਼ਬਦ ਚੌਂਕੇ ਦੇ ਰਾਹੀਂ ਜਿਹੜੇ ਵਿਕਾਰ ਸਾਡੇ ਤੇ ਹਮਲਾ ਕਰਦੇ ਨੇ, ਇਸੇ ਕਰਕੇ ਗੁਰਬਾਣੀ ਦੇ ਵਿੱਚ ਇਹਨਾਂ ਨੂੰ ਪੰਚ ਦੂਤ, ਪੰਚ ਚੋਰ, ਪੰਚ ਵਿਕਾਰ ਕਿਹਾ ਗਿਆ। ਤੇ ਇਹਨਾਂ ਤੋਂ ਸੁਚੇਤ ਰਹਿਣ ਲਈ ਅਸੀਂ ਗੁਰੂ ਦੇ ਸ਼ਬਦ ਰਾਹੀਂ ਜਿਹੜੀ ਹੈਗੀ ਆ ਉਹ ਸ਼ਬਦ ਚੌਂਕੀ ਦੀ ਜਾਚਨਾ ਗੁਰੂ ਪਾਤਸ਼ਾਹ ਕੋ ਕਰਨੀ ਹੈਗੀ। ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜੋ ਵੀ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸਾਧ ਸੰਗਤ ਜੀ, ਤੇ ਗੁਰੂ ਪਾਤਸ਼ਾਹ ਦੇ ਜਦੋਂ ਇਤਿਹਾਸ ਨੂੰ ਪੜ੍ਹਦੇ ਆ ਕਿ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਵੱਖ-ਵੱਖ ਕਾਰਨ ਕੀ ਸੀ, ਤੇ ਉਹਨਾਂ ਦੀ ਇੱਕ ਲੰਬੀ ਚੌੜੀ ਜਿਹੜੀ ਹੈਗੀ ਆ ਦਾਸਤਾਨ ਹੈਗੀ ਆ। ਪਰ ਜਦੋਂ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਪੜ੍ਹਦੇ ਆ ਕਿ ਉਹਨਾਂ ਨੇ ਕਿਸੇ ਨੂੰ ਵੀ ਬਲੇਮ ਨਹੀਂ ਕੀਤਾ ਆਪਣੀ ਸ਼ਹਾਦਤ ਦੇ ਪਿੱਛੇ। ਉਹਨਾਂ ਨੇ ਇੱਕੋ ਗੱਲ ਕਹੀ ਸੀ, ਤੇਰਾ ਕੀਆ ਮਿੱਠਾ ਲਾਗੇ। ਇਹ ਵਾਹਿਗੁਰੂ ਦਾ ਹੁਕਮ ਆ। ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਚਾਰਨ ਦੀ ਤੇ ਆਪਣੇ ਮਨ 'ਚ ਵਸਾਉਣ ਦੀ ਲੋੜ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣਯੋਗ ਆ, ਬਖਸ਼ ਲੈਣਾ ਜੀ। ਭੁੱਲ ਚੁੱਕ ਦੀ ਖਿਮਾ ਦਿਓ ਅਸੀਸ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।